नमस्कार, मैं हाँ शमी डावरा ते तुसीं देख रहे हो SDTV प्राइम। दोस्तों, ਅੱਜ ਦਿੱਲੀ ਦੇ ਬਰੂਹਾਂ ਤੇ ਬੈਠੇ ਹੋਏ ਕਿਸਾਨਾਂ ਨੂੰ 10 ਮਹੀਨੇ ਪੂਰੇ ਹੋ ਗਏ ਤੇ ਉਸੇ ਨੂੰ ਲੈ ਕੇ, ਕਿਉਂਕਿ ਕਿਸਾਨ ਆਪਣੀਆਂ 3 ਬਿੱਲ ਜਿਹੜੇ ਖੇਤੀ ਕਾਨੂੰਨ ਸੀਗੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਬਰੂਹਾਂ ਤੇ ਬੈਠੇ ਸੀਗੇ। ਅੱਜ ਉਸੇ 10 ਮਹੀਨੇ ਨੂੰ ਮਨਾਉਂਦੇ ਹੋਏ ਕਿਸਾਨੀ ਕਾਲ ਦੇ ਉੱਤੇ ਪੂਰੇ ਪੰਜਾਬ ਹੀ ਨਹੀਂ, ਪੂਰੇ ਭਾਰਤ ਦੇ ਵਿੱਚ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਨੂੰ ਪੰਜਾਬ ਤੋਂ ਇਲਾਵਾ ਮੈਂ ਸਮਝਦਾ ਕਿ ਮਿਲਿਆ ਜੁਲਿਆ ਹੁੰਗਾਰਾ ਮਿਲਿਆ ਹੈ। ਲੇਕਿਨ 10 ਮਹੀਨੇ ਦੇ ਵਿੱਚ ਕਿਸਾਨਾਂ ਦੀਆਂ ਪ੍ਰਾਪਤੀਆਂ ਕੀ ਰਹੀਆਂ? ਕਿਸਾਨ ਹਜੇ ਤੱਕ ਆਪਣੀਆਂ ਮੰਗਾਂ ਮਨਵਾਉਣ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੋਏ? ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਅੱਜ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਘੁੰਮ ਰਹੇ ਨੇ। ਅੱਜ ਅਸੀਂ ਵੀ ਉਹਨਾਂ ਸਵਾਲਾਂ ਨੂੰ ਜਵਾਬ ਲੈਣ ਦੇ ਲਈ ਸਟੂਡੀਓ ਦੇ ਵਿੱਚ ਮਾਹਿਰਾਂ ਨੂੰ ਬੁਲਾਇਆ ਹੈ, ਜਿਹੜੇ ਕੁਝ ਦੱਸਣਗੇ, ਕੁਝ ਅਸੀਂ ਪੁੱਛਾਂਗੇ ਕਿ ਆਖਿਰ ਇੰਨੀ ਦੇਰੀ ਕਿਉਂ ਹੈ, ਇੰਨਾ ਅੜੀਅਲਪਨ ਕਿਉਂ ਹੈ ਮੋਦੀ ਸਾਹਿਬ ਦਾ। ਬਹੁਤ ਸਾਰੀਆਂ ਗੱਲਾਂ ਅਸੀਂ ਕਰਨੀਆਂ ਨੇ ਆਪਣੇ ਮਹਿਮਾਨਾਂ ਨਾਲ, ਤੇ ਸਭ ਤੋਂ ਪਹਿਲਾਂ ਉਹਨਾਂ ਮਹਿਮਾਨਾਂ ਨਾਲ ਤੁਹਾਡੀ ਮੈਂ ਵਾਕਿਫ ਕਰਾਦਾ। ਮੇਰੇ ਬਿਲਕੁਲ ਨਾਲ ਬੈਠੇ ਨੇ ਪ੍ਰੋਫੈਸਰ ਮਹਿੰਦਰ ਸਿੰਘ ਬਾਗੀ, SGPC ਦੇ ਵਿੱਚੋਂ ਪ੍ਰੋਫੈਸਰ ਦੇ ਤੌਰ ਤੇ ਰਿਟਾਇਰਡ ਹੋਏ ਨੇ, ਲੇਕਿਨ ਬਹੁਤ ਸਾਰੀ ਖੇਤੀ ਹੈ ਇਹਨਾਂ ਕੋਲ, ਬਹੁਤ ਸਾਰੀ ਜ਼ਮੀਨ ਹੈ, ਇਸ ਲਈ ਖੇਤੀ ਕਰਦੇ ਨੇ ਤੇ ਇੱਕ ਕਿਸਾਨ ਦੇ ਤੌਰ ਦੇ ਉੱਤੇ ਵੀ ਬਹੁਤ ਚੰਗੀ ਤਰ੍ਹਾਂ ਜਾਣੇ ਜਾਂਦੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨੀ ਬਿੱਲਾਂ ਬਾਰੇ, ਕਿਸਾਨਾਂ ਬਾਰੇ ਬਹੁਤ ਬਰੀਕੀ ਦੀ ਅੱਖ ਰੱਖਦੇ ਨੇ। ਤੇ ਦੂਸਰੇ ਮਹਿਮਾਨ ਨੇ ਐਡਵੋਕੇਟ ਪਾਖਰ ਸਿੰਘ ਭੱਠਲ ਸਾਹਿਬ। ਭੱਠਲ ਸਾਹਿਬ ਹਾਲਾਂਕਿ ਪੇਸ਼ੇ ਵਜੋਂ ਚਾਹੇ ਵਕੀਲ ਨੇ, ਲੇਕਿਨ ਖੇਤੀਬਾੜੀ ਦੇ ਨਾਲ ਜੁੜੇ ਹੋਏ ਨੇ ਤੇ ਆਪ ਖੇਤੀ ਕਰਦੇ ਨੇ, ਪਿੰਡ ਦੇ ਨੰਬਰਦਾਰ ਨੇ ਔਰ ਬਹੁਤ ਕੁਝ ਇਹਨਾਂ ਖੇਤੀ ਬਿੱਲਾਂ ਬਾਰੇ ਜਾਣਦੇ ਨੇ, ਕਾਨੂੰਨੀ ਦਾਅ ਪੇਚ ਵੀ ਬਹੁਤ ਜਾਣਦੇ ਨੇ। ਪੁੱਛਾਂਗੇ ਭੱਠਲ ਸਾਹਿਬ ਕੋਲੋਂ ਉਹ ਸਾਰੀਆਂ ਗੁੰਝਲਾਂ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਟੂਡੀਓ ਵਿੱਚ। ਦੋਸਤੋ, ਸ਼ੁਰੂਆਤ ਕਰੀਏ ਭੱਠਲ ਸਾਹਿਬ ਜਾਂ ਮਾਗੀ ਸਾਹਿਬ ਤੋਂ। ਸਭ ਤੋਂ ਪਹਿਲਾਂ ਤੁਹਾਨੂੰ ਅੱਜ ਦੀ ਇੱਕ ਅਨੰਦਪੁਰ ਸਾਹਿਬ ਦੇ ਆਸ-ਪਾਸ ਦੀ ਜਾਂ ਪੰਜਾਬ ਦੇ ਦੂਸਰੇ ਪਾਸਿਆਂ ਦੀ ਰਿਪੋਰਟ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਦੇ ਰਹੇ ਹਾਲਾਤ ਤੇ ਕਿਵੇਂ ਰਹੇ ਬੰਦ।
ਜਿੱਥੇ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਸੀਗੇ, ਇਸ ਖੇਤਰ ਦੇ ਹਾਲਾਤ ਇਸ ਤਰ੍ਹਾਂ ਦੇ ਸੀ, ਅਸੀਂ ਹਿਮਾਚਲ ਤੋਂ ਵੀ ਕੁਝ ਸ਼ਾਰਟਸ ਮੰਗਾਏ ਨੇ, ਉਹ ਵੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿ ਹਿਮਾਚਲ ਦੇ ਵਿੱਚ ਅੱਜ ਕਿਸਾਨਾਂ ਦੀ ਸੋਚ ਕਿਸ ਤਰ੍ਹਾਂ ਦੀ ਸੀ। भारतीय किसान यूनियन जिंदाबाद, भारतीय किसान यूनियन जिंदाबाद। इस लंगड़ी लूंगी सरकार को धक्का दो हरिद्वार को, इस लंगड़ी लूंगी सरकार को धक्का दो हरिद्वार को। ਸੋ ਦੋਸਤੋ, ਦੇਖਿਆ ਤੁਸੀਂ ਕਿ ਜਿਹਦੇ ਪੰਜਾਬ ਦੇ ਵਿੱਚ ਹਾਲਾਤ ਪੂਰੀ ਤਰ੍ਹਾਂ ਬੰਦ ਵਾਲੇ ਸਨ, ਲੇਕਿਨ ਬਾਹਰ ਹਿਮਾਚਲ ਹੋਵੇ ਜਾਂ ਹਰਿਆਣਾ ਹੋਵੇ ਜਾਂ ਹੋਰ ਸਟੇਟਾਂ ਹੋਣ, ਮਿਲਿਆ ਜੁਲਿਆ ਅਸਰ ਦੱਸਿਆ ਜਾ ਰਿਹਾ ਵੀ ਮਿਲਿਆ ਜੁਲਿਆ ਅਸਰ ਹੈ। ਸਭ ਤੋਂ ਪਹਿਲਾਂ ਮੈਂ ਬਾਗੀ ਸਾਹਿਬ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਬਈ ਪਿਛਲੇ 10 ਮਹੀਨੇ ਤੋਂ ਕਿਸਾਨ ਜਿਹੜੇ ਆ ਦਿੱਲੀ ਬੈਠੇ ਹੋਏ ਨੇ। ਹਾਂਜੀ, ਅੱਜ 300ਵਾਂ ਦਿਨ ਮਨਾਇਆ ਗਿਆ ਹੈ ਉਸ ਦਾ ਵੀ ਉਹ ਬੈਠੇ ਨੇ। ਪੂਰਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਭਾਰਤ ਬੰਦ ਨੂੰ ਅੱਜ ਪੰਜਾਬ ਤੋਂ ਇਲਾਵਾ ਮੈਂ ਸਮਝਦਾ ਪ੍ਰੋਪਰ ਜਿਹੜਾ ਹੈਗਾ ਕਿਤੇ ਵੀ ਜੋ ਹੁੰਗਾਰਾ ਮਿਲਣਾ ਚਾਹੀਦਾ ਸੀ ਨਹੀਂ ਮਿਲਿਆ, ਮਿਲਿਆ ਜੁਲਿਆ ਬੰਦ ਰਿਹਾ। ਕਿਸਾਨਾਂ 'ਚ ਕਮੀ ਹੈ, ਲੋਕ ਸਾਥ ਨਹੀਂ ਦੇ ਰਹੇ, ਜਾਂ ਕਿਤੇ ਨਾ ਕਿਤੇ ਹੋਰ ਜਿਹੜੀਆਂ ਸ਼ੰਕਾਵਾਂ ਨੇ ਉਹ ਨੇ? ਡਾਬਰਾ ਸਾਹਿਬ, ਕਿਸੇ ਚੀਜ਼ ਦੇ ਵਿੱਚ ਵੀ ਕਮੀ ਨਹੀਂ ਹੈ ਜੀ। ਅਸੀਂ ਜੇ ਇਨਕਲਾਬਾਂ ਦਾ ਇਤਿਹਾਸ ਦੇਖੀਏ ਜੀ ਤਾਂ ਇਨਕਲਾਬ ਲਿਆਉਣ ਦੇ ਲਈ 9-10 ਮਹੀਨੇ ਕੁਝ ਵੀ ਸਮਾਂ ਨਹੀਂ ਹੁੰਦਾ ਜੀ, ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਹੈ ਅਸੀਂ ਉਹਨੂੰ ਸੀਮਤ ਅੰਦੋਲਨ ਦੇ ਰੂਪ ਵਿੱਚ ਨਾ ਦੇਖੀਏ। ਜੀ, ਜੇ ਅਸੀਂ ਸੀਮਤ ਅੰਦੋਲਨ ਦੇ ਰੂਪ ਵਿੱਚ ਦੇਖਦੇ ਤਾਂ ਫਿਰ ਜਿਵੇਂ ਟੀਚਰ ਯੂਨੀਅਨ ਹੈ ਜਾਂ ਹੋਰ ਯੂਨੀਅਨ ਆਪਣੀਆਂ ਸਟ੍ਰਾਈਕ ਕਰਦੇ ਨੇ, ਉਹ ਥੋੜੇ ਬਹੁਤੇ ਦਿਨਾਂ ਬਾਅਦ ਉਹਨਾਂ ਦੀ ਤਨਖਾਹ ਵੱਧ ਜਾਂਦੀ ਹੈ। ਜੀ, ਇਹ ਇੱਕ ਕਲਚਰ ਰੈਵੋਲੂਸ਼ਨ ਹੈ, ਇੱਕ ਵਰਲਡ ਲੈਵਲ ਦਾ ਰੈਵੋਲੂਸ਼ਨ ਹੈ। ਜੇ ਇਹ ਕਿਸਾਨੀ ਰੈਵੋਲੂਸ਼ਨ ਜਿਹੜਾ ਅੱਜ ਖਤਮ ਹੋ ਜਾਂਦਾ ਹੈ ਤਾਂ ਤੁਸੀਂ ਮੇਰੀ ਗੱਲ ਯਾਦ ਰੱਖਿਓ ਕਿ ਸਿਵਲਾਈਜੇਸ਼ਨ ਦੇ ਵਿੱਚ ਐਗਰੀਕਲਚਰ ਸਿਸਟਮ ਹੀ ਖਤਮ ਨਹੀਂ ਹੋਏਗਾ, ਸਗੋਂ ਇੱਕ ਪੂਰੇ ਦਾ ਪੂਰਾ ਫਿਨੋਮਨਾ ਖਤਮ ਹੋ ਜਾਏਗਾ। ਜੀ, ਸਿਵਲਾਈਜੇਸ਼ਨ ਜਿਹੜੀਆਂ ਸਾਡੀਆਂ ਹੁਣ ਤੱਕ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਕ ਕਲਚਰ ਹੈ, ਇਹ ਸਾਡੇ ਜਿਉਣ ਦਾ ਸਾਧਨ ਹੈ, ਜਿਉਣ ਦਾ ਢੰਗ ਹੈ। ਅਸੀਂ ਜਿਹੜੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ, ਮੇਰਾ ਖਿਆਲ ਹੈ ਇਹਦਾ ਅਸਰ ਹਰਿਆਣਾ ਵਿੱਚ ਵੀ ਹੋਏਗਾ ਜਾਂ ਹੋਰ ਵੀ। ਜਿਹੜੇ ਲੋਕ ਜ਼ਮੀਨ ਨੂੰ ਅਸੀਂ ਆਪਣੀ ਭਾਸ਼ਾ ਵਿੱਚ ਮਾਂ ਕਹਿੰਦੇ ਆ ਔਰ ਦੁੱਧ ਨੂੰ ਪੁੱਤ ਕਹਿੰਦੇ ਆ, ਜਦੋਂ ਕਿਸੇ ਬੱਚੇ ਕੋਲੋਂ ਉਸਦੀ ਮਾਂ ਖੋਹ ਜਾਏ ਤਾਂ ਉਹ ਤੂਫਾਨ ਖੜਾ ਕਰ ਦਿੰਦਾ। ਡਾਬਰਾ ਸਾਹਿਬ ਯਾਦ ਰੱਖੋ ਕਿ ਇਸ ਰੈਵੋਲੂਸ਼ਨ ਨੇ ਕਦੇ ਜਿਹੜੀਆਂ ਕ੍ਰਾਂਤੀਆਂ ਆਈਆਂ ਸੀ ਉਹਦਾ ਇੱਕ ਅੱਗੇ ਹੋਰ ਕਦਮ ਪੁੱਟਣਾ ਹੈ, ਔਰ ਉਹ ਕਦਮ ਪੁੱਟਣਾ ਹੈ ਜਿਹੜਾ ਵਰਲਡ ਦੇ ਵਿੱਚ ਪਹਿਚਾਣਿਆ ਜਾਏਗਾ। ਇਸ ਲਈ 9 ਮਹੀਨੇ, ਸਾਲ, 2 ਸਾਲ, 4 ਸਾਲ ਇਸ ਦੇ ਲਈ ਕੋਈ ਗੱਲ ਨਹੀਂ ਹੈ। ਕੋਈ ਗੱਲ ਨਹੀਂ ਹੈ। ਇਸ ਦੇ ਬਾਵਜੂਦ ਪੱਠਲ ਸਾਹਿਬ ਅੜੀਅਲ ਰਵੱਈਆ ਸਰਕਾਰ ਦਾ ਬਣਿਆ ਹੋਇਆ ਹੈ। ਕਿਹਾ ਜਾਂਦਾ ਵੀ ਕਿਸਾਨ ਜਦ ਇਸ ਖੇਤੀ ਕਾਨੂੰਨਾਂ ਨੂੰ ਅਸੈਪਟ ਹੀ ਨਹੀਂ ਕਰਨਾ ਚਾਹੁੰਦੇ, ਉਹ ਲੈਣਾ ਹੀ ਨਹੀਂ ਚਾਹੁੰਦੇ, ਉਹ ਇਸ ਚੀਜ਼ ਦੇ ਦੁਆਰਾ ਜੋ ਕਥਿਤ ਭਲਾ ਸਰਕਾਰ ਕਹਿ ਰਹੀ ਅਸੀਂ ਤੁਹਾਡਾ ਕਰ ਰਹੇ ਹਾਂ ਨਹੀਂ ਕਰਵਾਉਣਾ ਚਾਹੁੰਦੇ, ਤਾਂ ਫਿਰ ਸਰਕਾਰ ਦਾ ਇੰਨਾ ਅੜੀਅਲ ਰਵੱਈਆ ਹੀ ਕਿਉਂ ਹੈ? ਡਾਬਰਾ ਸਾਹਿਬ, ਸਰਕਾਰ ਦਾ ਅੜੀਅਲ ਰਵੱਈਏ ਦੇ ਕਈ ਰੀਜ਼ਨ ਹੈ ਜੀ। ਪਹਿਲਾ ਰੀਜ਼ਨ ਤਾਂ ਮੈਂ ਸਮਝਦਾ ਹਾਂ ਲੋਕਾਂ ਨੇ ਬੜੀ ਹਿੰਮਤ ਕਰਕੇ ਲੋਕ ਸਭਾ ਵਿੱਚ ਇਸ ਪਾਰਟੀ ਨੂੰ ਬਹੁਤ ਸੀਟਾਂ ਲਵਾਈਆਂ ਸੀ ਜੀ, ਪਰ ਇਹਨਾਂ ਨੇ ਉਸ ਚੀਜ਼ ਨੂੰ ਨਾ ਇਹ ਸਮਝਿਆ ਕਿ ਬਾਕੀ ਜਿਹੜੀਆਂ ਹੈ ਸਭ ਖਤਮ ਹੈ, ਜੋ ਅਸੀਂ ਕਰ ਦਈਏ ਹੁਣ ਉਹੀ ਫਾਈਨਲ ਹੈ ਜੀ। ਇੱਕ ਤਾਂ ਇਹ ਗੱਲ ਹੈ। ਦੂਜੀ ਗੱਲ, ਅਡਾਨੀ ਅਵਾਨੀ ਜੋ ਹੋਰ ਜਾਂ ਕਹਿ ਦਿਓ ਤੁਸੀਂ ਜਿਹੜੇ ਹੈ
ਘਰ ਇਹੋ ਜਿਹੇ ਕਾਰਪੋਰੇਟ ਘਰ ਜਿਹੜੇ ਇਹੋ ਜਿਹੇ ਨੇ ਜੀ ਇਹ ਮਤਲਬ ਇਸ ਤਰ੍ਹਾਂ ਇਹਨਾਂ ਨੇ ਇਹ ਤੇ ਹਾਵੀ ਹੋ ਗਏ ਵੀ ਇਹ ਕੋਈ ਵੀ ਕਾਨੂੰਨ ਬਣਵਾ ਸਕਦੇ ਆ ਜੀ। ਤੇ ਕੋਈ ਵੀ ਕਾਨੂੰਨ ਬਦਲਵਾ ਸਕਦੇ ਆ। ਜੀ ਉਹੀ ਹਾਲਤ ਹੁਣ ਜਿਹੜੀ ਹੈ ਇੱਕ ਜਿਹੜਾ ਹੈ ਮੈਂ ਸਮਝਦਾ ਵੀ ਅੱਜ ਦੀ ਸਰਕਾਰ ਜਾਂ ਕਹੋ ਮੋਦੀ ਸਰਕਾਰ ਕਹੋ, ਜੀ ਮੋਦੀ ਸਰਕਾਰ ਜਿਹੜੀ ਹੈ ਇਹ ਕਾਰਪੋਰੇਟ ਕੋਲੇ ਇਸ ਹੱਦ ਤੱਕ ਵਿਕ ਗਈ ਜਾਂ ਚੁੱਕ ਗਈ ਜੀ ਵੀ ਇਹਨੂੰ ਹੁਣ ਮੁੜ ਕੇ ਆਉਣਾ ਔਖਾ ਹੋ ਗਿਆ। ਜੀ ਨੰਬਰ 2 ਨੰਬਰ 3 ਸਰਕਾਰ ਮੈਂ ਸਮਝਦਾ ਵੀ ਹੁਣ ਇਸ ਚੀਜ਼ ਸੋਚਣ ਲੱਗ ਪਈ ਹੈ ਵੀ ਜੇ ਅਸੀਂ ਇਹ ਕਾਨੂੰਨ ਵਾਪਸ ਲੈ ਲਏ ਜੀ ਤਾਂ ਜਿਹੜੇ ਇਹਨਾਂ ਨੇ ਕਾਨੂੰਨ ਹੁਣ ਲੇਬਰ ਦੇ ਖਿਲਾਫ ਬਣਾਏ ਆ ਬਿਲਕੁਲ ਬੜੇ ਖਤਰਨਾਕ ਨੇ। ਬਿਲਕੁਲ ਜੇ ਕਿਸੇ ਨੇ ਧਿਆਨ ਨਾ ਪੜ੍ਹੇ ਹੁਣ ਉਹ ਬੜੇ ਖਤਰਨਾਕ ਹੈ। ਤਾਂ ਨੈਚੁਰਲੀ ਜਿਹੜੀ ਹਿੰਦੁਸਤਾਨ ਦੀ ਲੇਬਰ ਹੈ ਉਹ ਵੀ ਉੱਠ ਖੜੂਗੀ, ਸਾਡੇ ਵੀ ਖਤਮ ਕਰੋ। ਜੀ ਦੂਜਾ ਵੱਡਾ ਡਰ ਹੈ ਇਹਨਾਂ ਨੂੰ ਜਿਹੜਾ ਇਹ ਰੇਲਵੇ ਨਾਲ ਅੱਜ ਕਰ ਰਹੇ ਹੈ, ਜੀ ਇਹ ਤਾਂ ਪੈਸੇ ਕਮਾਉਣ ਤੇ ਹੋਏ ਸਭ ਜੀ। ਕੁਝ ਵੇਚ ਦੋ, ਜਿਵੇਂ ਇਹਨਾਂ ਨੇ ਦੇਸ਼ ਛੱਡ ਕੇ ਤੁਰ ਜਾਣਾ ਹੁੰਦਾ। ਜੀ ਉਹ ਜਿਹੜਾ ਹੈ ਤੇ ਜਿਹੜਾ ਰੇਲਵੇ ਵਾਲਾ ਉਹ ਇੱਕ ਵੱਡੀ ਇੱਕ ਐਸਾ ਐਸੋਸੀਏਸ਼ਨ ਉਹਨਾਂ ਦੀ, ਐਸੀ ਇੱਕ ਗਠਬੰਧਨ ਹੈ ਉਹਨਾਂ ਦਾ, ਐਸਾ ਐਸੋਸੀਏਸ਼ਨ ਹੈ ਭਈ ਉਹਨਾਂ ਤੇ ਵੀ ਇਹ ਬਹੁਤ ਡਰਦੇ ਵੀ ਉਹ ਵੀ ਫਿਰ ਮੰਗਣਗੇ ਜੀ ਭਈ ਸਾਨੂੰ ਵੀ ਜੋ ਹੈ ਜੋ ਅਸੀਂ ਮੰਗਦੇ ਉਹਦੇ ਹਿਸਾਬ ਨਾਲ ਚੱਲੋ ਤੁਸੀਂ। ਜੀ ਤੇ ਲਾਸਟ ਗੱਲ ਇੱਕ ਹੋਰ ਜਿਹੜੀ ਪੰਜਵੀਂ ਮੈਂ ਸਮਝਦਾ, ਇਹਨਾਂ ਨੇ ਇੱਕ ਦੋ ਜਗ੍ਹਾ ਟੈਸਟ ਡੋਜ਼ ਲਾ ਕੇ ਦੇਖੀ। ਜੀ ਫਾਰ ਐਗਜ਼ਾਮਪਲ JNK ਦੇ ਵਿੱਚ ਇਹਨਾਂ ਨੇ ਜਿਹੜੀ ਹੈ ਇਹ ਟੈਸਟ ਡੋਜ਼ ਲਾਈ ਸੀ, ਜੀ ਪਰ ਉਹਦੇ 'ਚ ਇਹ ਸਕਸੈਸਫੁਲ ਹੋ ਗਏ। ਜੀ ਇਹਨਾਂ ਨੇ ਸਭ ਨੂੰ ਦਬਾਤਾ, ਕਿਸੇ ਨੂੰ ਅੰਦਰ ਕਰਤਾ, ਕਿਸੇ ਦੀ ਗੱਲ ਨਹੀਂ ਸੁਣੀ। 370 ਜਦੋਂ 370 ਜਾਂ ਤੋੜੀ ਹੈ, ਹਾਂਜੀ ਮਤਲਬ ਉਹ ਇੱਕ ਤਰ੍ਹਾਂ ਦੀ ਟੈਸਟ ਜੋ ਵੀ ਉਹ 'ਚ ਕਾਮਯਾਬ ਹੋ ਗਏ। ਜੀ ਹੁਣ ਮੋਦੀ ਨੂੰ ਵੀ ਇਹ ਜਿੱਦ ਹੋ ਗਈ ਵੀ ਜੇ ਸਾਰੇ ਮੇਰੀਆਂ ਗੱਲਾਂ ਮੰਨਦੇ ਆ, ਸਿਰ ਝੁਕਾ ਕੇ ਮੰਨਦੇ ਆ, ਤਾਂ ਫਿਰ ਇਹ ਕਿਸਾਨ ਕਿਉਂ ਨਹੀਂ ਮੰਨਦੇ? ਜੀ ਔਰ ਕਿਸਾਨ ਉਹ ਘੱਟ ਕਹਿ ਰਿਹਾ, ਉਹ ਬਹੁਤਾ ਕਹਿ ਰਿਹਾ ਪੰਜਾਬ ਹੀ ਪੰਜਾਬ ਹੈ। ਬਿਲਕੁਲ ਵਾਸਤਵ ਵਿੱਚ ਇਹ ਗੱਲ ਨਹੀਂ ਹੈ। ਜੀ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ, ਕਿਸਾਨੀ ਇੱਕ ਐਸਾ ਧੰਦਾ ਹੈ ਜਿਹਦੇ ਤੇ ਹਰ ਵਪਾਰ ਤੇ ਅਸਰ ਪੈਣਾ। ਬਿਲਕੁਲ ਬਿਲਕੁਲ ਜੇ ਕਿਸਾਨੀ ਖਤਮ ਹੁੰਦੀ ਹੈ ਜਾਂ ਕਿਸਾਨੀ ਮਹਿੰਗੀ ਹੁੰਦੀ ਹੈ ਤਾਂ ਲੋਕਾਂ ਨੇ ਭੁੱਖੇ ਮਰ ਜਾਣਾ। ਲੋਕਾਂ ਕੋਲੇ ਨਾ ਜਿਵੇਂ ਅੱਜ ਪਾਕਿਸਤਾਨ ਦੇ ਵਿੱਚ 50 ਰੁਪਏ ਦੇ ਵਿੱਚ ਇੱਕ ਤੰਦੂਰ ਦੀ ਰੋਟੀ ਮਿਲਦੀ ਹੈ, ਜੀ ਇੱਥੇ 100 ਰੁਪਏ 'ਚ ਤੰਦੂਰ ਦੀ ਰੋਟੀ ਮਿਲਣੀ ਸ਼ੁਰੂ ਹੋ ਜਾਣੀ। ਬਿਲਕੁਲ ਕਿੰਨੇ ਕੁ ਲੋਕ ਬੱਚਿਆਂ ਨੂੰ ਖਵਾ ਸਕਣਗੇ? ਸੋ ਉਸ ਡਰ ਤੇ ਮਾਰੇ ਵੀ ਸਾਡੇ ਕੱਲ ਨੂੰ ਬੱਚੇ ਵੀ ਭੁੱਖੇ ਮਰ ਜਾਣਗੇ। ਅਸੀਂ ਜ਼ਿਮੀਂਦਾਰ ਆਪਣੇ ਮਤਲਬ ਮਾਲਕ ਹੁੰਦੇ ਹੋਏ ਸਾਨੂੰ ਸਾਰਿਆਂ ਨੂੰ ਲੇਬਰ ਦਾ ਕੰਮ ਕਰਨਾ ਪਊ ਇਹਨਾਂ ਕੋਲੇ, ਜੀ ਜੋ ਇਹਨਾਂ ਦੀ ਇਸ ਵੇਲੇ ਮਨਸ਼ਾ ਹੈ। ਬਿਲਕੁਲ ਸੋ ਇਹ ਸਾਰੇ ਰੀਜ਼ਨ ਹੈ ਜਿਸ ਕਰਕੇ ਜਿਹੜਾ ਹੈ ਗੌਰਮੈਂਟ ਅੜੀ ਖੜੀ ਹੈ। ਔਰ ਮੈਂ ਸਮਝਦਾ ਕਿ ਇਹ ਅੜੀ ਬਹੁਤ ਗਲਤ ਹੈ। ਪ੍ਰੋਫੈਸਰ ਸਾਹਿਬ ਦੇ ਕਹਿਣ ਦੇ ਮੁਤਾਬਕ ਇਹ ਅੜੀ ਆਉਣ ਵਾਲੇ ਸਮੇਂ 'ਚ ਬਹੁਤ ਮਹਿੰਗੀ ਪਊ। ਮੈਂ ਨਹੀਂ ਸਮਝਦਾ ਕੱਲੀ BJP ਨੂੰ ਪਊ, ਮੈਂ ਕਹਿੰਦਾ ਹਿੰਦੁਸਤਾਨ ਨੂੰ ਹੀ ਮਹਿੰਗੀ ਮਹਿੰਗੀ ਤੁਸੀਂ ਇੱਕ ਗੱਲ ਬਾਗੀ ਸਾਹਿਬ ਇਹਨਾਂ ਨੇ ਕਹੀ ਹੈ ਵੀ ਕਾਰਪੋਰੇਟ ਘਰਾਣੇ ਜਿਹੜੇ ਆ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ, ਉਹਨਾਂ ਦੇ ਕੋਲ ਗਿਰਵੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਦੇਸ਼ ਨੂੰ। ਲੇਕਿਨ ਅਸੀਂ ਪਿਛਲੇ 70 ਸਾਲ ਦੇ ਇਤਿਹਾਸ ਦੇ ਵਿੱਚ ਥੋੜੀ ਜਿਹੀ ਨਿਗਾਹ ਮਾਰੀਏ ਤਾਂ ਆਪਾਂ ਪਹਿਲੇ ਸਰਕਾਰੀ ਸੀਗੇ, ਪ੍ਰਾਈਵੇਟ ਸੀਗੇ। ਉਸ ਵਕਤ ਇੰਦਰਾ ਗਾਂਧੀ ਜੀ ਨੇ ਨਿੱਜੀਕਰਨ ਕਰ ਦਿੱਤਾ ਸੀ। ਨਿੱਜੀਕਰਨ ਤੋਂ ਆਪਣਾ ਸਰਕਾਰੀ ਤੌਰ ਤੇ ਕਰਤੇ ਸੀ ਬੈਂਕਾਂ ਦਾ ਜਿਹੜਾ ਸੀਗਾ, ਬੈਂਕ ਜਿਹੜੇ ਸੀ ਉਹ ਸਰਕਾਰੀ ਕਰਤੇ, ਨਿੱਜੀਆਂ ਨੂੰ ਤੋੜ ਕੇ ਸਰਕਾਰੀ ਕਰ ਦਿੱਤੇ। ਇਸੇ ਤਰ੍ਹਾਂ ਇੰਸ਼ੋਰੈਂਸ ਕੰਪਨੀਆਂ ਸੀਗੀਆਂ, ਉਹਨੂੰ ਤੋੜ ਕੇ LIC ਬਣਾਤੇ ਸੀ ਵੀ ਇੱਕ LIC ਕੀਤੀ ਜਾਏਗੀ। ਇਸੇ ਤਰ੍ਹਾਂ ਬਹੁਤ ਸਾਰੀ ਜਦੋਂ ਆਉਣ ਲੱਗੀਆਂ ਸੀਗੀਆਂ ਆਪਣੀਆਂ ਹਵਾਈ ਜਹਾਜ਼, ਐਵੀਏਸ਼ਨ 'ਚ ਆਉਣ ਲੱਗੀ ਸੀ ਤਾਂ 에ਅਰ ਇੰਡੀਆ ਦਾ ਨਿਜ਼ਾਮ ਕੀਤਾ ਸੀ। ਕਿਹਾ ਜਾਂਦਾ ਹੈ ਵੀ ਇਹ ਸਾਰੀਆਂ ਚੀਜ਼ਾਂ ਫਲਾਪ ਹੋ ਗਈਆਂ, ਦੁਬਾਰਾ ਪ੍ਰਾਈਵੇਟ ਸੈਕਟਰ ਆ ਗਿਆ। ਅੱਜ ਪ੍ਰਾਈਵੇਟ ਬੈਂਕ ਆ ਗਏ ਨੇ ਬਹੁਤ ਸਾਰੇ, ਅੱਜ ਇੰਸ਼ੋਰੈਂਸ ਕੰਪਨੀਆਂ ਬਹੁਤ ਸਾਰੀਆਂ ਆ ਗਈਆਂ ਨੇ, ਅੱਜ ਐਵੀਏਸ਼ਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਐਰੋਪਲੇਨਸ ਕੰਪਨੀਆਂ ਜਿਹੜੀਆਂ ਉਹ ਆ ਚੁੱਕੀਆਂ ਨੇ। ਇਸੇ ਤਰ੍ਹਾਂ ਜਿਹੜੀਆਂ ਪ੍ਰਾਈਵੇਟ ਸੈਕਟਰ ਕਿਤੇ ਨਾ ਕਿਤੇ, ਨਿੱਜੀ ਸੈਕਟਰ ਜਿਹਨੂੰ ਕਹਿੰਦੇ ਆਪਾਂ, ਵੀ ਉਹ ਜਿਹੜਾ ਕਿਤੇ ਨਾ ਕਿਤੇ ਸਰਕਾਰੀ ਸੈਕਟਰ ਤੋਂ ਕਾਮਯਾਬ ਹੋ ਰਿਹਾ ਹੈ। ਇਹ ਸਰਕਾਰ ਨੇ ਸੋਚਿਆ ਵੀ ਜੇ ਉਹ ਸਰਕਾਰ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਨਿੱਜੀਕਰਨ ਕਰ ਦੇ ਤਾਂ ਜ਼ਿਆਦਾ ਫਾਇਦੇ 'ਚ ਰਹਿ ਸਕਦੀ ਹੈ। ਬਿਲਕੁਲ ਇੱਕ ਬਹੁਤ ਵੱਡਾ ਹਨੇਰਾ ਕ੍ਰੀਏਟ ਕਰਨ ਦੇ ਲਈ ਇਸ ਤਰ੍ਹਾਂ ਦੀ ਆਰਗੂਮੈਂਟ ਜਿਹੜੀ ਆ ਉਹ ਦਿੱਤੀ ਜਾਂਦੀ ਹੈ। ਜੀ ਤੁਸੀਂ ਦੱਸੋ ਉਹ ਕਿਹੜਾ ਸਿਸਟਮ ਹੈ ਜਿਹੜਾ ਜਾਂ ਜਿਹੜੀਆਂ ਸਾਡੀ ਜਿਹੜਾ ਸਮਾਜਿਕ ਜਾਂ ਲੋਕਾਂ ਦਾ ਬਣਾਇਆ ਹੋਇਆ, ਜੇ ਬੈਂਕਾਂ ਦੀ ਨੈਸ਼ਨਲਾਈਜੇਸ਼ਨ ਹੋਈ ਹੈ, ਜੇ ਰੇਲਵੇ ਨੈਸ਼ਨਲਾਈਜ਼ਡ ਹੈ, ਜੇ 에ਅਰਪੋਰਟ ਨੈਸ਼ਨਲਾਈਜ਼ਡ ਹੈ, ਇਹ ਸਾਰਾ ਚੀਜ਼ ਨੈਸ਼ਨਲਾਈਜ਼ਡ ਹੈ ਤਾਂ ਉਹ ਲੋਕਾਂ ਦੇ ਵਿੱਚ ਕਰੋੜਾਂ ਲੋਕ ਉਸ ਦੇ ਵਿੱਚ ਨੌਕਰੀ ਕਰਦੇ ਸੀ, ਉਹਨਾਂ ਨੂੰ ਪੈਨਸ਼ਨ ਮਿਲਦੀ ਸੀ, ਉਹਨਾਂ ਦਾ ਇੱਕ ਸਿਸਟਮ ਬਣਿਆ ਹੋਇਆ ਸੀ। ਹੁਣ ਮੁਆਫ ਕਰਨਾ, ਜਦੋਂ ਅਸੀਂ ਆਪਣੇ ਘਰ ਦੇ ਭਾਂਡੇ ਵੇਚਣ ਲੱਗ ਪਏ ਨੇ, ਹੋ ਸਕਦਾ ਹੈ ਇਸ ਕਾਰਪੋਰੇਸ਼ਨ ਦੇ ਜਿਹੜਾ ਸਿਸਟਮ ਹੈ, ਜਿਹੜਾ ਸਾਡਾ ਸਰਕਾਰੀ ਸਿਸਟਮ ਹੈ,
ਇਹਦੇ ਵਿੱਚ ਕੁਝ ਨੁਕਸ ਹੋਣ, ਜੀ ਨੁਕਸ ਨੂੰ ਦੂਰ ਕਰਨ ਲਈ ਜੇ ਘਰ ਦਾ ਮੈਂਬਰ ਬਿਮਾਰ ਹੋ ਜਾਏ ਤਾਂ ਉਹਨੂੰ ਮਾਰਨ ਦੀ ਬਜਾਏ ਉਹਨੂੰ ਦੁਆ ਦਿਓ। ਜੀ। ਉਹਦੇ ਵਿੱਚ ਕੁਛ ਨਾ ਕੁਛ ਜਿਹੜੀਆਂ ਜੇ ਸਾਡੇ ਵਿੱਚ ਨੁਕਸ ਹੈ ਉਹ ਨੁਕਸ ਪਕੜ ਕੇ ਉਹਨਾਂ ਨੂੰ ਦੂਰ ਕਰੋ। ਜੀ। ਇਹ ਗਲਤ ਹੈ ਗੱਲ ਇਹ। ਅਗਲੀ ਗੱਲ ਜਿਹੜੀ ਹੈ, ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਨਾ ਕੇਵਲ ਹਿੰਦੁਸਤਾਨ ਦੀਆਂ ਸਗੋਂ ਦੁਨੀਆ ਦੀਆਂ ਸਾਰੀਆਂ ਸਰਕਾਰਾਂ ਨੇ, ਇਹ ਤੁਹਾਡਾ ਕੀ ਖਿਆਲ ਹੈ ਕਿ ਮੋਦੀ ਜਿਹੜਾ ਆਪਣੇ ਆਪ ਡਿਸੀਜਨ ਲੈ ਰਿਹਾ? ਜੀ ਮੋਦੀ ਇੱਕ ਨੌਕਰ ਹੈ ਜਿਸ ਢੰਗ ਨਾਲ ਇਹਨੇ ਪਾਸ ਬਿੱਲ ਕਰਵਾਇਆ ਹੈ, ਰੌਲੇ ਗੌਲੇ ਨਾਲ, ਇਲੀਗਲ ਬੇਢੰਗੇ ਢੰਗ ਦੇ ਨਾਲ, ਜੀ। ਉਹ ਇਹਦੀ ਕਮਿਟਮੈਂਟ ਹੋਏਗੀ ਕਲੀਅਰ ਨਹੀਂ, ਲੇਕਿਨ ਉਸ ਐਕਸ਼ਨ ਤੋਂ ਗੱਲ ਕਲੀਅਰ ਹੁੰਦੀ ਹੈ ਕਿ ਮੈਂ ਇਹ 3 ਐਗਰੀਕਲਚਰ ਜੇ ਮੋਦੀ ਮੈਂ ਪਾਸ ਕਰਾਵਾਂਗਾ, ਇਹਨਾਂ ਦੇ ਕਿਸੇ ਸਰਕਾਰੀ ਮੰਤਰੀ ਤੋਂ ਪੁੱਛੋ ਜੀ। ਕਿ ਇਹ ਬਿੱਲ ਹੈ ਕੀ ਹੈ। ਜੀ ਜੋ ਕਾਰਪੋਰੇਟ ਨੇ ਬਣਾ ਕੇ ਭੇਜ ਦਿੱਤੇ ਉਹੀ ਇਹਨਾਂ ਨੇ ਪਾਸ ਕਰ ਦਿੱਤੇ, ਰੌਲੇ ਗੌਲੇ ਵਿੱਚ ਪਾਸ ਕਰ ਦਿੱਤੇ, ਬਿਲਕੁਲ। ਕੋਈ ਡਿਸਕਸ਼ਨ ਨਹੀਂ ਹੋਈ। ਦੁਨੀਆ ਦੀ ਹੁਣ ਮੋਦੀ ਸਾਹਿਬ ਆਏ ਨੇ ਅਮਰੀਕਾ ਤੋਂ, ਹਰ ਜਗ੍ਹਾ ਸਾਡੀ ਡੈਮੋਕ੍ਰੈਟਿਕ ਸਿਸਟਮ ਦੇ ਥੂ ਹੋ ਰਹੀ ਹੈ। ਬਿਲਕੁਲ। ਲੇਕਿਨ ਇਹ ਮੋਦੀ ਇਹ ਨਹੀਂ ਹੈ ਕਿ ਉਹ ਅੜੀਅਲ ਹੈ ਜਿਸ ਤਰ੍ਹਾਂ ਸਮਝਦੇ ਆ, ਉਹ ਗੁਲਾਮ ਹੈ। ਓਕੇ ਉਹ ਆਪਣੇ ਉਹਨਾਂ ਨਿਯਮਾਂ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਕਰ ਹੀ ਨਹੀਂ ਸਕਦਾ। ਜੀ ਡਾਕਟਰ ਸਾਹਿਬ ਇਹ ਅਸੀਂ ਮੋਦੀ ਨਹੀਂ ਹੈ, ਸਗੋਂ ਮੋਦੀ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਸੀ ਉਹ ਆਹਿਸਤਾ ਆਹਿਸਤਾ ਕਾਰਪੋਰੇਟ ਦੇ ਹੱਕ ਦੇ ਵਿੱਚ ਕਦਮ ਦਰ ਕਦਮ ਜਿਹੜਾ ਹੈ ਐਗਰੀਕਲਚਰ ਨੂੰ ਲਿਆ ਰਹੀ ਸੀ। ਜੀ ਬਿਲਕੁਲ। ਹੁਣ ਸਵਾਲ ਪੈਦਾ ਹੁੰਦਾ ਹੈ ਵੀ ਇਹ ਕਿਆ ਕਾਰਨ ਹੈ ਕਿ ਕਾਰਪੋਰੇਟ ਐਗਰੀਕਲਚਰ ਤੇ ਇੰਨੀ ਤਵੱਜੋ ਦੇ ਰਹੀ ਹੈ? ਬਿਲਕੁਲ। ਉਹਦਾ ਸਿਸਟਮ ਜਿਹੜਾ ਇਹ ਹੈ ਕਿ ਕਾਰਪੋਰੇਟ ਹੁੰਦੀ ਹੈ, ਮਤਲਬ ਜਿਹੜੇ ਅਮੀਰ ਬੰਦੇ ਹੁੰਦੇ ਨੇ, ਗਿੱਧ ਹੁੰਦੇ ਨੇ, ਇਹ ਮਾਸ ਖਾਣ ਦੇ ਆਦੀ ਬਣ ਜਾਂਦੇ ਨੇ। ਜੀ ਇਹਨਾਂ ਲੋਕਾਂ ਨੂੰ, ਗਰੀਬਾਂ ਨੂੰ ਲੁੱਟ ਕੇ ਆਪਣੀਆਂ ਤਜੋਰੀਆਂ ਭਰਨੀਆਂ ਹੁੰਦੀਆਂ। ਤੁਸੀਂ ਦੇਖੋ ਹੁਣ ਜਿਹੜਾ ਸਮਾਂ ਸੀ ਪਿੱਛੇ ਕਰੋਨਾ ਦਾ, ਬਿਲਕੁਲ। ਇਹਦੇ ਵਿੱਚ ਅਡਾਨੀ ਅੰਬਾਨੀ ਦੀ ਪੂੰਜੀ ਕਿੰਨੇ ਗੁਣਾ ਵਧੀ ਹੈ, ਬਿਲਕੁਲ। ਲੇਕਿਨ ਹਰ ਬੰਦੇ ਦੀ ਪੂੰਜੀ ਜਿਹੜੀ ਹੈ, ਹਿੰਦੁਸਤਾਨ ਦਾ ਜਿਹੜਾ ਵਰਕਰ ਹੈ ਜਾਂ ਕੋਈ ਵੀ ਬੰਦਾ ਹੈ, ਛੋਟਾ ਬਿਜ਼ਨਸਮੈਨ ਹੈ, ਉਹ ਘਟਿਆ ਹੈ, ਬੇਰੁਜ਼ਗਾਰ ਹੋਇਆ। ਜੀ ਤਾਂ ਇਹਨਾਂ ਗੱਲਾਂ ਦੀ ਪੂਰਤੀ ਦੇ ਲਈ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂਜੀ, ਸੀ ਹਾਂਜੀ। ਕਿ ਉਹਨਾਂ ਗੱਲਾਂ ਦੀ ਪੂਰਤੀ ਲਈ ਅੱਜ ਸਾਡੀ ਸਰਕਾਰ ਵਿਕੀ ਹੋਈ ਹੈ। ਬਿਲਕੁਲ। ਉਸ ਵਿਕਣ ਦੇ ਲਈ ਕਦੇ ਧਰਮ ਦਾ ਸਹਾਰਾ ਲੈਂਦੀ ਹੈ, ਕਦੇ ਜਾਤ ਪਾਤ ਦਾ ਸਹਾਰਾ। ਅੱਜ ਕੱਲ ਤੁਸੀਂ ਦੇਖੋ, ਕਦੇ ਕੋਈ ਕਹਿੰਦੇ ਅਸੀਂ ਬਹੁਤਾ ਫਰਕ ਨਹੀਂ ਇਹਨਾਂ ਸਰਕਾਰਾਂ ਦਾ ਜੇ ਅਸੀਂ ਦੇਖੀਏ ਵੀ ਕਾਂਗਰਸ ਜਾਂ ਬੀਜੇਪੀ ਇਹਨਾਂ ਦਾ। ਉਹ ਹਰੀਜਨ ਅਸੀਂ ਚੀਫ ਮਿਨਿਸਟਰ ਬਣਾ ਦਿੱਤਾ ਜੀ, ਉਹ ਕਹਿੰਦੇ ਅਸੀਂ ਕਈਆਂ ਕਾਸਟਾਂ ਦੇ ਜਿਹੜੇ ਆ ਉਹ ਯੂਪੀ ਦੇ ਵਿੱਚ ਅਸੀਂ ਮੰਤਰੀ ਬਣਾ ਦਿੱਤੇ ਜੀ। ਇਹ ਸਾਰਾ ਕੁਝ ਜਿਹੜਾ ਮੇਨ ਮੁੱਦਾ ਹੈ ਉਹ ਸਾਨੂੰ ਰੋਟੀ ਦਿਓ, ਸਾਨੂੰ ਰੁਜ਼ਗਾਰ ਦਿਓ, ਸਾਡੀ ਆਰਥਿਕਤਾ ਨੂੰ ਸੁਧਾਰੋ। ਮਾਲਕ ਦਾ ਕੰਮ ਹੁੰਦਾ ਹੈ। ਇਹ ਬੜਾ ਸਿੰਪਲ ਡਾਕਟਰ ਸਾਹਿਬ, ਜਿਹੜਾ ਸਿੰਪਲ ਫਾਰਮੂਲਾ ਜੇ ਕੱਢੇ, ਗੱਲ ਇਹ ਹੈ ਕਿ ਇੱਕ ਜ਼ਿਮੀਂਦਾਰ ਆਲੂ ਉਗਾਉਂਦਾ, ਸਪੋਜ਼ ਕਰੋ ਉਸ 1 ਰੁਪਏ ਦਾ ਇੱਕ ਆਲੂ ਉਗਾਉਂਦਾ, ਉਹਦਾ ਚਿਪਸ ਬਣ ਕੇ ਉਹ 10 ਰੁਪਏ ਦਾ ਬਣ ਜਾਂਦਾ। ਬਿਲਕੁਲ। ਹੁਣ ਉਹ 10 ਰੁਪਏ ਕਮਾਉਣ ਵਾਲਾ ਜਿਹੜਾ ਬੰਦਾ ਹੈ, ਉਹ ਜਦੋਂ ਜਿਹੜਾ ਆਲੂ ਉਗਾਉਣ ਵਾਲਾ ਹੈ ਉਹਨੂੰ ਰੁਪਇਆ ਵੀ ਨਹੀਂ ਦਿੰਦਾ ਹੈ, ਤਾਂ ਇਹ ਸਰਕਾਰ ਦਾ ਸਿਸਟਮ ਕ੍ਰੀਏਟ ਕਰਨ ਦਾ ਡਿਊਟੀ ਬਣ ਜਾਂਦੀ ਹੈ ਕਿ ਉਸ ਆਲੂ ਦੇ ਵਿੱਚ ਜ਼ਿਮੀਂਦਾਰ ਨੂੰ ਵੀ 2 ਰੁਪਏ ਬਣਨ, ਜਿਹੜਾ ਬਣਾਉਣ ਵਾਲਾ ਉਹਨੂੰ 3 ਰੁਪਏ 4 ਰੁਪਏ ਬਣ ਜਾਣ। ਲੇਕਿਨ ਇਹ ਨਹੀਂ ਹੋਣਾ ਚਾਹੀਦਾ ਕਿ ਉਹ 100% ਬੈਨੀਫਿਟ ਖਾਂਦੇ, ਜਿਹੜਾ ਆਲੂ ਪੈਦਾ ਕਰਨ ਵਾਲਾ ਉਹ ਜ਼ੀਰੋ ਤੋਂ ਮਾਈਨਸ ਚਲਾ ਜਾਏ। ਦੈਟ ਇਜ਼ ਉਹ ਹੁਣ ਜਿਹੜਾ ਕਾਰਪੋਰੇਟ ਆ ਰਹੇ ਐਗਰੀਕਲਚਰ ਕਿਉਂ ਆ ਰਹੇ ਹੈ ਕਿ ਉਹ ਉਹਨਾਂ ਨੂੰ ਪਤਾ ਹੈ ਕਿ ਜੇ ਕਿਸਾਨ ਜਾਗਰਤ ਹੋ ਕੇ ਜਿਹੜਾ ਹੋ ਰਿਹਾ ਜੀ, ਤਾਂ ਉਹ ਸਾਨੂੰ ਤਾਂ ਇਹਨਾਂ ਨੂੰ ਦੇਣਾ ਪਏਗਾ ਕੁਝ ਨਾ ਕੁਝ ਜੀ। ਉਹ ਕਿਉਂ ਖੇਤੀ ਕਰਨਾ ਚਾਹੁੰਦੇ ਆ? ਵਟ ਦ ਪ੍ਰੋਬਲਮ? ਉਹਨਾਂ ਨੂੰ ਪ੍ਰੋਬਲਮ ਕੀ ਹੈ ਉਹਨਾਂ ਦੇ ਲਈ? ਉਹ ਤਾਂ ਸਪੇਸ ਦੇ ਉਹ ਕਰਦੇ ਸਾਰੀ ਇੰਡਸਟਰੀ ਉਹਦੇ ਅੰਡਰ ਹੈ ਜੀ। ਤਾਂ ਉਹਦਾ ਮੇਨ ਕਾਰਨ ਇਹੀ ਹੈ ਕਿ ਸਾਡੀ ਰੋਟੀ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ। ਸਾਡੇ ਢਿੱਡ ਤੇ, ਸਾਡੇ ਦਿਮਾਗ ਤੋਂ ਪਹਿਲਾਂ ਹੀ ਛਾ ਗਏ ਨੇ, ਹੁਣ ਸਾਡੇ ਢਿੱਡ ਤੇ ਵੀ ਆਪਣਾ ਕਬਜ਼ਾ ਕਰਨਾ ਚਾਹੁੰਦੇ ਆ। ਤਾਂ ਕਰਕੇ ਜਿਹੜਾ ਕਾਰਪੋਰੇਟ ਘਰਾਣੇ ਮੁੜ ਕੇ ਆ ਰਹੇ। ਪਰ ਸਾਹਿਬ 10 ਮਹੀਨੇ ਦੀ ਗੱਲ ਕਰੀਏ, 10 ਮਹੀਨੇ ਦੇ ਵਿੱਚ 26 ਜਨਵਰੀ ਇੱਕ ਐਸੀ ਡੇਟ ਆਈ ਸੀ ਜਦੋਂ ਇਹ ਕਹਿ ਰਿਹਾ ਸੀ ਵੀ ਇਹ ਹੁਣ ਜਿਹੜਾ ਕਿਸਾਨ ਅੰਦੋਲਨ ਲਗਭਗ ਖਤਮ ਹੋ ਰਿਹਾ, ਲੇਕਿਨ ਫਿਰ ਵੀ ਟਕੈਤ ਸਾਹਿਬ ਤੋਂ ਸਮਝ ਲਓ ਜਾਂ ਕਿਸੇ ਤਰ੍ਹਾਂ ਦੁਬਾਰਾ ਜਿਹੜਾ ਇਹ ਅੰਦੋਲਨ ਉੱਠਿਆ ਹੈ। ਤੁਸੀਂ ਸਮਝਦੇ ਹੋ 10 ਮਹੀਨੇ 'ਚ ਕੋਈ ਅਜਿਹੀ ਪ੍ਰਾਪਤੀ ਕੀਤੀ ਹੈ ਕਿਸਾਨ ਅੰਦੋਲਨ ਨੇ ਜਿਹੜੀ ਵਾਕਈ ਕਿਹਾ ਜਾ ਸਕਦਾ ਵੀ ਇਹ ਬਹੁਤ ਵੱਡੀ ਪ੍ਰਾਪਤੀ ਹੈ? ਹਾਂ, ਬਹੁਤ ਵੱਡੀ ਪ੍ਰਾਪਤੀ ਮੈਂ ਸਮਝਦਾ ਜਿਹੜੀ ਕਿਸਾਨ ਅੰਦੋਲਨ ਦੀ ਹੈ ਉਹ ਹੈ ਇਹਨਾਂ ਦਾ ਡਿਸਿਪਲਿਨ ਜੀ।
ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਹੈ ਉਹ ਹੈ ਇਹਦਾ ਡਿਸਪਲਿਨ ਔਰ ਸ਼ਾਂਤਮਈ ਰਹਿਣਾ। ਕਿਸਾਨ ਜਿਹੜੇ ਹੈ ਬਾਈ ਨੇਚਰ ਪਿੰਡਾਂ ਦੇ ਰਹਿਣ ਵਾਲੇ ਆ ਜੀ। ਥੋੜਾ ਜਿਹਾ ਇਹਨਾਂ ਦਾ ਅੱਜ ਤੱਕ ਜੋ ਦੇਖਿਆ ਜਾਂਦਾ ਸੀ ਵਾਇਲੈਂਟ ਨੇਚਰ ਵੀ ਸੀਗਾ, ਪਰ ਇਸ ਅੰਦੋਲਨ ਦੇ ਦੌਰਾਨ ਜਿਹੜਾ ਇਹਨਾਂ ਨੇ ਸ਼ਾਂਤੀ ਦਾ ਪ੍ਰਦਰਸ਼ਨ ਕਰਿਆ ਇਹ ਵਾਕਈ ਸਰਾਹਨਾਯੋਗ ਹੈ ਜੀ। ਤੇ ਸ਼ਾਇਦ ਦੁਨੀਆ ਦੇ ਵਿੱਚ ਕਿਸੇ ਵੀ ਮੂਵਮੈਂਟ ਨੇ ਐਡਾ ਬੜੀ ਸ਼ਾਂਤੀ ਨਾ ਰੱਖੀ ਹੋਇਆ ਇੰਨੇ ਸਮੇਂ ਵਾਸਤੇ ਜੀ, ਪਰ ਉਹ ਵੀ ਇੰਨੇ ਸਮੇਂ ਵਾਸਤੇ। ਬਿਲਕੁਲ। ਹੁਣ ਗੱਲ ਰਹੀ ਹੈ ਇਹਨਾਂ ਦੀ ਵੀ ਇਹ ਆਫਟਰ ਆਲ ਕਿਉਂ ਇਹ ਵਜਿਦ ਕਿਉਂ ਹੈ ਜੀ। ਇਹ ਨਹੀਂ ਹੈ ਵੀ ਇਹਦਾ ਕਿਸੇ ਨਾਲ ਤੈਅ ਨਹੀਂ ਸੀ ਪਹਿਲਾਂ। WT ਨੇ ਇਹਨਾਂ ਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਕਰਿਆ, ਕਾਰਪੋਰੇਟ ਘਰਾਣਿਆਂ ਨੇ ਇਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰਿਆ, ਇਹ ਕਹਿ ਨਹੀਂ ਸਕਦੇ ਜੀ। ਕਿਉਂਕਿ ਪੰਜਾਬ ਦੇ ਵਿੱਚ ਹਰਿਆਣਾ ਵਿੱਚ ਤੁਸੀਂ ਅਕਸਰ ਇੱਕ ਚੀਜ਼ ਨੋਟ ਕਰੀ ਹੋਊਗੀ, ਇਹ ਮੇਨ ਸਟੇਟਾਂ ਜਿੱਥੇ ਬਹੁਤਾ ਅਨਾਜ ਪੈਦਾ ਹੁੰਦਾ, ਇੱਕ ਚੀਜ਼ ਨੋਟ ਕਰੀ ਹੋਊਗੀ ਵੀ ਮੱਚ ਬਿਫੋਰ ਦਿਸ ਆ ਜਿਹੜੇ ਬਿੱਲ ਲਿਆਂਦੇ ਆ ਇਹਨਾਂ ਨੇ ਪੰਜਾਬ ਦੇ ਵਿੱਚ ਵੇਅਰ ਹਾਊਸ ਬਣਾਉਣੇ ਸ਼ੁਰੂ ਕਰਤੇ ਸੀ, ਬਹੁਤ ਵੱਡੇ ਸਟੋਰ ਬਣਾਉਣੇ ਸ਼ੁਰੂ ਕਰਤੇ ਸੀ। ਉਹ ਕਾਹਦੇ ਵਾਸਤੇ ਕਰੇ ਸੀ ਭਲਾ, ਕਿਹਦੇ ਵਾਸਤੇ ਕਰੇ ਸੀ? ਲੇਕਿਨ ਉਹ ਆਇਆ ਇੱਕ ਸ਼ੋਅ ਕੀਤਾ ਪਿੱਛੇ ਜਿਹੇ ਵੀ 2013 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇੱਥੇ ਸਰਕਾਰ ਸੀ, ਇਹ ਉਦੋਂ ਹੀ ਸਾਰੇ ਬਿੱਲ ਜਿਹੜੇ ਸੀ ਪੰਜਾਬ 'ਚ ਪਾਸ ਕਰ ਦਿੱਤੇ ਗਏ ਸੀ, ਤਾਂ ਕਰਕੇ ਇਹ ਅਡਾਨੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਦੇਖੋ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈ ਨਾ, ਇਹ ਮੈਂ ਕਦੇ ਵੀ ਨਹੀਂ ਕਹਿ ਸਕਦਾ ਵੀ ਇਹ ਅਡਾਨੀਆਂ ਤੋਂ ਬਾਹਰ ਸੀਗਾ। ਇਹਦੀ ਜਿਹੜੀ ਹੈ ਮਤਲਬ ਬੀਜੇਪੀ ਨਾਲ ਸਾਂਝ ਵੀ ਇਹੀ ਸ਼ੋਅ ਕਰਦੀ ਹੈ ਵੀ ਇਹ ਬਹੁਤ ਪਹਿਲਾਂ ਤੋਂ ਇਨਕਲਾਈਨਡ ਸੀਗੇ ਨਾ ਵੱਲ ਝੁਕਿਆ ਹੋ ਸੀਗਾ ਜੀ। ਸੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਅੱਜ ਜਿੰਨਾ ਮਰਜ਼ੀ ਰੌਲਾ ਪਾਉਣਾ ਸੀ ਮਤਲਬ ਕਿਸਾਨਾਂ ਦੇ ਨਾਲ ਹੈ, ਪਰ ਨਹੀਂ ਜੀ, ਇਹ ਗੱਲ ਬਿਲਕੁਲ ਗਲਤ ਹੈ ਜੀ। ਦੂਜੀ ਜਿਹੜੀ ਗੱਲ ਹੈ ਇਹ ਅੱਜ ਜਿਹੜਾ ਤੁਸੀਂ ਕਹਿੰਦੇ ਨਾ ਵੀ ਇਹ ਇੰਨਾ ਲੰਬਾ ਸਮਾਂ ਚੱਲਿਆ, ਇਹਨਾਂ ਨੇ ਕਿਆ ਪ੍ਰਾਪਤ ਕਰਿਆ ਜੀ। ਇਹ ਚੱਲਿਆ ਸੀਗਾ ਪੰਜਾਬ ਤੋਂ, ਬਿਲਕੁਲ। ਪੰਜਾਬ ਤੋਂ ਚੱਲਦਾ ਇਹ ਹਰਿਆਣੇ ਚਲਾ ਗਿਆ। ਹਰਿਆਣੇ ਤੋਂ ਫਿਰ ਮੇਰਾ ਖਿਆਲ ਹੈ ਵੀ ਵੈਸਟਰਨ ਯੂਪੀ ਜਿੱਥੇ ਬਹੁਤੇ ਕਿਸਾਨ ਹੈ ਉੱਥੇ ਚਲਾ ਗਿਆ, ਉੱਤਰਾਖੰਡ ਚਲਾ ਗਿਆ, ਬੰਗਾਲ ਚਲਾ ਗਿਆ, ਮਦਰਾਸ ਚਲਾ ਗਿਆ, ਹੈਦਰਾਬਾਦ ਚਲਾ ਗਿਆ। ਅੱਜ ਇਹ ਦੇਸ਼ ਵਿਆਪੀ ਅੰਦੋਲਨ ਬਣ ਗਿਆ। ਬਿਲਕੁਲ। ਇਹ ਨਹੀਂ ਹੈ ਵੀ ਇਹ ਜਿਹੜਾ ਅੰਦੋਲਨ ਹੈ ਸਿਰਫ ਪੰਜਾਬ ਦਾ ਹੀ ਹੈ ਜਾਂ ਇਕੱਲਾ ਕਿਸਾਨਾਂ ਦਾ ਹੀ ਹੈ, ਦੇਸ਼ ਦੇ ਵਿੱਚ ਹਰ ਵਰਗ ਇਹਨਾਂ ਦੇ ਨਾਲ ਜਿਹੜਾ ਹੈ ਰਲ ਰਿਹਾ। ਜਿਵੇਂ ਜਿਵੇਂ ਇਹ ਡਿਲੇ ਕਰਨਗੇ, ਜੋ ਸਰਕਾਰ ਅੱਜ ਕਰ ਰਹੀ ਹੈ, ਜਿੰਨਾ ਚਿਰ ਡਿਲੇ ਕਰ ਰਹੀ ਹੈ, ਉਹ ਤਾਂ ਸਮਝਦੀ ਹੈ ਵੀ ਥੱਕ ਜਾਣਗੇ, ਘਰ ਭੱਜ ਜਾਣਗੇ ਜੀ। ਪਰ ਮੈਂ ਸਮਝਦਾ ਸਰਕਾਰ ਬਹੁਤ ਲੋਕਾਂ ਦੇ ਉਹਨਾਂ ਦੀ ਗਿਣਤੀ ਵਧੀ ਜਾਂਦੀ ਹੈ ਜਿਨ੍ਹਾਂ ਦੇ ਚੱਕਰ ਦੇ ਵਿੱਚ ਸਰਕਾਰ ਫਸਦੀ ਜਾਂਦੀ ਹੈ। ਉਹਨਾਂ ਨੂੰ ਛੇਤੀ ਬੈਠ ਕੇ ਇਹਨਾਂ ਨਾਲ ਇਸ ਗੱਲ ਦਾ ਜਿਹੜਾ ਹੈ ਫਾਈਨਲ ਕਰ ਲੈਣਾ ਚਾਹੀਦਾ ਜੀ। ਅਕਸਰ ਇਹਨਾਂ ਨੇ ਜਿਹੜਾ ਗੱਲਬਾਤ ਕਰਨ ਵਾਸਤੇ ਲਾਇਆ ਹੈ ਮਿਨਿਸਟਰ ਆਪਣਾ, वो एक गल कही जाता हम हर पॉइंट पे बात करने के लिए तैयार हैं, हम हर चीज़ मानने के लिए तैयार हैं। जो तुसी हर चीज़ मनने लिए तैयार हैं तो आही कदा नहीं मान लेंगे भी जो है कैंसल कर दो, दोबारे दोहां पासियां दी टीमां बना के एक नवा वधिया जिहड़ा सारिआं नूं एक्सैप्टेबल होवे वो बना लो जी। किते ना किते सरकार वालों कमी है जे तां ये किसान उत्थे बैठे हुए ने, इहदे विच कोई शक नहीं बागी साहब। लेकिन गल करिए एक होर, ਜਦੋਂ पंजाब की गल आती है, हरियाणे की गल आती है, या मैं समझदा सारे भारत की गल आती है, तो गल ये भी निकल के आती है बई जिहड़ियां पार्टियां ने, देखो जिहड़े किसान बैठे ने किसी ना किसी पार्टी नाल संबंधित ने, लेकिन गल यही उठती है भी ये सिर्फ वोटां की राजनीति जिहड़ी है वो कदी भारतीय जनता पार्टी, अकाली दल, आम आदमी पार्टी, कांग्रेस ते दोष ला देंदे आ, कांग्रेस उन्हां ते ला देंदे आ। मतलब ये किते किसान उस पंबल भुस्से च तां नहीं फस जाणगे वोटां की राजनीति। इंटरेस्टिंग गल है डावरा साहब, कमाल की गल है कि पॉलिटिक्स एक पासे तो साडा वे ऑफ लाइफ बन रहा है, दूजे पासे अछूत बन रहा है, यानी सियासत विच आउणा बदनामी खट्टण दे बराबर है। किसान इस गल बारे भी चेतन ने, जे असीं देखीए कि किसानां दे विच जिन्नियां मर्जी शेड्स ने, लेकिन वो मुढ़ले रूप में जिहड़ी मैं गल तुहानूं कही सी कि वो इन्हां कारपोरेट दी चलाकी समझी बैठे ने और ये वर्ल्ड फिनोमिना बनने वाला है। जे तुसीं ये जो दो गल्लां जानते ने कि जे सियासी है जी, कि जे सियासत गलत है फिर तुसीं सियासी क्यों हो? बिल्कुल। जे तुसीं दबाउण वाले जो सियासत बुरी है तुसीं इहदे विच एंटर क्यों करदे हो? दूजी गल ये है कि मैं जिहड़ी तुहानूं पहलां गल कर चुकिया कि ये वर्ल्ड फिनोमिना बनने वाला है, क्योंकि जिथे जिथे भी कारपोरेट ने लोगों नूं तंग किया होया, जिंदगी जूनी औखी की हुई है, हर चीज़ ते अपना कब्जा किया होया है, उसका रिवोल्ट लियाउण लई ये झूठा प्रचार होया। असीं तुसीं 2-3 बारी कहा कि ये मूवमेंट शायद इत्थे सारे
ਤੁਸੀਂ ਹੈਰਾਨ ਹੋਗੇ ਕਿ ਇਹ ਵੀ ਇੱਕ ਸ਼ੜਯੰਤਰ ਹੈ ਜੀ ਕਿ ਇਹਨੂੰ ਆਲ ਇੰਡੀਆ ਨਾ ਬਣ ਦਿੱਤਾ ਜਾਏ। ਬਿਲਕੁਲ ਤੁਹਾਨੂੰ ਯਾਦ ਹੋ ਗਿਆ ਕਿ ਕਿਸਾਨ ਮਦਰਾਸ ਦੇ, ਕੇਰਲਾ ਦੇ ਨੰਗੇ ਪਿੰਡੇ ਹੋਏ ਜਿਹੜੇ ਨੇ ਬਿਨਾਂ ਉੱਤੇ ਗਾਰਾ ਮਲ ਕੇ ਉਹਨਾਂ ਨੇ ਵਿਦਰੋਹ ਕੀਤਾ। ਬਿਲਕੁਲ ਜਿਹੜਾ ਜਿੱਥੇ ਵੀ ਜਿਹੜਾ ਕਿਸਾਨ ਹੈ ਉਹ ਇਹ ਮਤ ਸਮਝੋ, ਇਹ ਕਹਿਣਾ ਵੀ ਉਹ ਐਜੀਟੇਸ਼ਨ ਉਹ ਹਰ ਲੈਵਲ ਤੇ ਕਰ ਰਿਹਾ, ਲੇਕਿਨ ਸਾਡਾ ਮੀਡੀਆ ਸਾਨੂੰ ਸਭ ਨੂੰ ਪਤਾ ਹੀ ਹੈ, ਉਹ ਸਾਡਾ ਪ੍ਰਚਾਰ ਤੰਤਰ ਇੰਨਾ ਗਬਰਾਹਕੁੰਨ ਹੈ ਕਿ ਐਡੇ ਵੱਡੇ ਰੈਵੋਲੂਸ਼ਨ ਨੂੰ ਉਹ ਇਹਨੂੰ ਬੜਾ ਹੀ ਕਦੇ ਟੁਕੜਿਆਂ ਵਿੱਚ, ਕਦੇ ਪੈਸਾ ਇਹਨਾਂ ਨੂੰ ਕਿੱਥੋਂ ਆਉਂਦਾ ਹੈ, ਕਿਸੇ ਨੂੰ ਬੰਦੇ ਨਹੀਂ ਪੁੱਛਦਾ ਕਿ ਫਲਾਣਾ ਪਾਰਟੀ ਨੂੰ ਪੈਸਾ ਕਿੱਥੋਂ ਆਉਂਦਾ, ਕਿਸੇ ਨੂੰ ਪੁੱਛ ਲੈਣਾ ਕਿਸਾਨਾਂ ਨੂੰ ਪੈਸਾ ਕਿੱਥੋਂ ਆਉਂਦਾ। ਇਹ ਰੈਵੋਲੂਸ਼ਨ ਦਾ ਹੀ ਹੈ ਜੀ, ਵੀ ਇਹ ਜਿਹੜਾ ਇਹਨਾਂ ਨੇ ਛੇੜਿਆ ਹੋਇਆ ਵੀ ਅੱਜ ਅਮਰੀਕਾ ਵਰਗੀ ਕੰਟਰੀਜ਼ ਦੇ ਵਿੱਚ ਮੋਦੀ ਸਾਹਿਬ ਦਾ ਪੂਰਾ ਵਿਰੋਧ ਹੋਇਆ, ਔਰ ਉੱਥੇ ਕਿਸਾਨਾਂ ਦੇ ਬੱਚੇ ਜਿਹੜੇ ਅਮਰੀਕਾ 'ਚ ਸੈਟਲ ਨੇ ਜਾਂ ਕਿਸਾਨ ਨੇ ਉੱਥੇ ਜਾ ਕੇ ਉਹਨਾਂ ਨੇ ਬਕਾਇਦਾ ਮੋਦੀ ਗੋ ਬੈਕ ਦੇ ਨਾਰੇ ਤੱਕ ਲਗਾਏ। ਇਹ ਮੈਂ ਤੁਹਾਡੀ ਗੱਲ ਹੋਰ ਕਿ ਜਿਹੜੇ ਅਮਰੀਕਨ ਵੀ ਕਿਸਾਨ ਨੇ, ਜਿਹੜੇ ਪੰਜਾਬੀਓ ਨਹੀਂ, ਜਿਹੜੇ ਅਮਰੀਕਨ ਬਾਕੀ ਵੀ ਮੁਲਕਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਵਿਦਰੋਹ ਵਿੱਚ ਉੱਠੇ ਹੋਏ ਨੇ। ਅਮਰੀਕਾ ਨੂੰ ਸਮੱਸਿਆ ਪਈ ਹੋਈ ਹੈ ਇਸ ਗੱਲ ਦੀ ਕਿ ਅਸੀਂ ਇਸ ਇੰਡੀਆ ਦੇ ਵਿਦਰੋਹ ਦੇ ਨਾਲ ਨਾਲ ਅਮਰੀਕਾ ਦੇ ਵਿੱਚ ਵੀ ਵਿਦਰੋਹ ਪੈਦਾ ਹੋ ਰਿਹਾ ਕਿ ਕਿਉਂ ਸਾਡੇ ਨਾਲ। ਆਹੀ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਕਿ ਜਿਹੜੀ ਸਾਡੀ ਪ੍ਰੋਡਿਊਸ ਹੈ, ਜਦੋਂ ਉਹ ਕੈਮੀਕਲ ਪ੍ਰੋਸੈਸ ਵਿੱਚ ਬਣ ਕੇ ਉਸਦਾ ਤੁਸੀਂ ਨਵਾਂ ਰੂਪ ਦੇ ਦਿੰਦੇ ਹੋ ਤਾਂ ਉਹਦੇ ਵਿੱਚ ਦੋਨਾਂ ਦੇ ਵਿਚਕਾਰ ਜਿਹੜਾ ਗੈਪ ਹੈ ਇਹ ਦੂਰ ਕਰੋ। ਜੇ ਦੂਰ ਹੋ ਜਾਏ ਤਾਂ ਫਿਰ ਸਾਰਾ ਹੀ ਸੁਖੇ ਸੁਖ ਹੈ। ਫਿਰ ਨਾ ਕੀਮਤਾਂ ਵਧਾਉਣ ਦੀ ਲੋੜ ਹੈ, ਨਾ ਕਿਸੇ ਹੋਰ ਗੱਲ ਦੀ ਲੋੜ ਹੈ, ਨਾ MSP ਦੀ ਫਲਾਨਾ ਤਿਮਕਾ, ਨਾ ਕਾਨੂੰਨ ਬਣਾਉਣ ਦੀ ਲੋੜ ਹੈ। ਕਿ ਜਿਹੜਾ ਪ੍ਰੋਡਿਊਸਰ ਔਰ ਜਿਹੜਾ ਕੰਜ਼ਿਊਮਰ ਹੈ ਉਹਨਾਂ ਦੇ ਵਿਚਕਾਰ ਜਿਹੜਾ ਖੜੋਤਾ ਹੋਇਆ ਬੰਦਾ ਹੈ ਉਹਦਾ ਪ੍ਰੋਫਿਟ ਕੱਟ ਕਰ ਦਿਓ ਬਸ। ਭੁੱਟਰ ਸਾਹਿਬ, ਹੁਣ ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲ ਦੋਨਾਂ ਕੋਲੋਂ ਇੱਕ ਗੱਲ ਪੁੱਛਣੀ ਹੈ। ਮੈਂ ਮੰਨਦਾ ਵੀ ਤੁਸੀਂ ਕਿਹਾ ਇੱਕ ਬੰਦੇ ਦਾ ਨਾਂ ਲਿਆ ਵੀ ਉਹ ਵਿੱਚ ਪਾਤਾ ਨਰਿੰਦਰ ਸਿੰਘ ਤੋਮਰ ਜਿਹੜੇ ਖੇਤੀਬਾੜੀ ਮੰਤਰੀ ਹੈ ਭਾਰਤ ਸਰਕਾਰ ਦੇ। ਮੰਨ ਲਓ ਤੁਹਾਨੂੰ ਅਸੀਂ ਬਣਾ ਦਿੰਦੇ ਹਾਂ ਖੇਤੀਬਾੜੀ ਮੰਤਰੀ, ਹਾਲਾਂਕਿ ਮੰਨੀ ਨਹੀਂ ਜਾਣੀ ਖੇਤੀਬਾੜੀ ਮੰਤਰੀ ਦੀ, ਮੰਨ ਤਾਂ ਪ੍ਰਧਾਨ ਮੰਤਰੀ ਦੀ ਹੋਣੀ, ਲੇਕਿਨ ਮੰਨ ਲਓ ਬਣਾ ਦਿੱਤਾ ਜਾਂਦਾ, ਕੀ ਹੱਲ ਹੋਏਗਾ ਤੁਹਾਡੀ ਨਜ਼ਰ 'ਚ? ਮੈਂ ਤਾਂ ਇਹ ਸਮਝਦਾ ਜੇ ਤੋਮਰ ਨੂੰ ਵੀ ਇਹ ਖੁੱਲਾ ਛੱਡ ਦਿੰਦੇ ਜੀ ਵੀ ਤੂੰ ਮੈਰਿਟ ਤੇ ਕੰਮ ਕਰ ਜੀ ਤਾਂ ਇਹ ਕਾਦਾ ਮੁੱਕ ਜਾਂਦਾ ਜੀ। ਹੁਣ ਹਾਲਾਤ ਇਹ ਹੈ, ਜਦ ਵੀ ਉਹਨੂੰ ਕੋਈ ਸਵਾਲ ਪੁੱਛਦੇ ਕਿਸਾਨ ਜਾ ਕੇ, ਉਹ ਜਦੇ ਨਾਲ ਵਾਲੇ ਕਮਰੇ 'ਚ ਜਾ ਵੜਦਾ, ਮੈਂ ਫੋਨ ਕਰਕੇ ਆਇਆ ਬਿਲਕੁਲ, ਤੇ ਉੱਥੇ 20 ਮਿੰਟ 25 ਮਿੰਟ ਆਉਂਦਾ ਨੇ ਤੇ ਮੁੜ ਕੇ ਆ ਕਹਿੰਦਾ ਹਰ ਮੁੱਦੇ 'ਤੇ ਦੁਬਾਰਾ ਬਾਤ ਕਰੋ। ਬਿਲਕੁਲ, ਕਹਿਣ ਦਾ ਮਤਲਬ ਹੈ ਕਿਸੇ ਦੇ ਹੱਥ ਖੁੱਲੇ ਹੈ ਜੀ। ਇਨਫੈਕਟ ਕੀ ਹੁੰਦਾ ਜੀ, ਜਿਹੜੀ ਡੈਮੋਕ੍ਰੇਸੀ ਹੈ ਨਾ, ਇਹ ਵੈਲਫੇਅਰ ਸਟੇਟ ਹੁੰਦੀ ਹੈ ਜੀ। ਵੈਲਫੇਅਰ ਸਟੇਟ ਦੇ ਵਿੱਚ ਗੌਰਮੈਂਟ ਦੀਆਂ ਡਿਊਟੀਆਂ ਬਹੁਤ ਬਣਦੀਆਂ ਜੀ। ਅੱਜ ਹਿੰਦੁਸਤਾਨ ਦੀ ਜਿਹੜੀ ਗੌਰਮੈਂਟ ਹੈ ਜਾਂ ਸੂਬਿਆਂ ਦੀ ਵੀ ਗੌਰਮੈਂਟ ਦਾ ਇਹ ਹਾਲ ਹੈ ਵੀ ਕੋਈ ਵੀ ਨਹੀਂ ਚਾਹੁੰਦਾ ਵੀ ਅਸੀਂ ਜਿਨ੍ਹਾਂ ਤੇ ਰਾਜ ਕਰ ਰਹੇ ਹਾਂ ਅਸੀਂ ਉਹਨਾਂ ਦੀ ਵੈਲਫੇਅਰ ਬਾਰੇ ਵੀ ਕੁਝ ਸੋਚੀਏ। ਬਿਲਕੁਲ, ਇਸੇ ਕਰਕੇ ਹਰ ਚੀਜ਼ ਪ੍ਰਾਈਵੇਟਾਈਜ਼ ਕਰ ਰਹੀ ਹੈ ਵੀ ਜੇ ਤੁਸੀਂ ਸਭ ਕੁਝ ਪ੍ਰਾਈਵੇਟਾਈਜ਼ ਕਰ ਦੇਣਾ, ਤੁਸੀਂ ਐਡੀ ਜਿਹੜੀ ਲੈ ਕੇ ਫੌਜ ਬੈਠੇ ਹੋ, ਇੰਨਾ ਹਿੰਦੁਸਤਾਨ ਦੇ ਐਕਸਚੈਕਰ ਤੇ ਖਰਚ ਪੈਂਦਾ ਹੈ, ਤੁਸੀਂ ਕਰ ਕੀ ਰਹੇ? ਬਿਲਕੁਲ। ਸੋ ਇਸ ਕਰਕੇ ਜਿਹੜਾ ਹੈ ਜੇ ਕਿਸੇ ਬੰਦੇ ਨੂੰ ਪੂਰੇ ਅਧਿਕਾਰ ਦੇ ਕੇ ਬਿਠਾਣ, ਉੱਥੇ ਮਤਲਬ ਤੁਹਾਨੂੰ ਪੂਰੇ ਅਧਿਕਾਰ ਦੇ ਕੇ ਬਿਠਾਣ, ਮੇਰਾ ਨਹੀਂ ਖਿਆਲ ਵੀ ਮੈਨੂੰ ਅੱਧੇ ਘੰਟੇ ਜਾਂ ਘੰਟੇ ਤੋਂ ਵੱਧ ਲੱਗੂਗਾ ਇਸ ਚੀਜ਼ ਦਾ ਹੱਲ ਕਰਨ। ਬਿਲਕੁਲ, ਤੁਸੀਂ ਸਭ ਤੋਂ ਵੱਡਾ ਹੱਲ ਰਿਜੈਕਟ ਕਰ ਦਿੰਦੇ। ਬਿੱਲ ਰਿਜੈਕਟ ਵੀ ਬਾਅਦ ਚੋਂ ਦੇਖਾਂਗੇ। ਮੈਂ ਕਹਿੰਦਾ ਜੀ ਰਿਜੈਕਟ ਕਰਕੇ ਤੁਸੀਂ ਇਹ ਵੀ ਨਾਲ ਸ਼ਰਤ ਰੱਖ ਲਓ ਵੀ ਆਪਾਂ ਟੀਮ ਬਣਾ ਕੇ ਇੰਨੇ ਚਿਰ ਦੇ ਵਿੱਚ ਇੱਕ ਨਵਾਂ ਲਿਆਣਾ ਜੀ ਐਕਸੈਪਟੇਬਲ ਟੂ ਆਲ ਜੀ, ਫਿਰ ਕੋਈ ਸਮੱਸਿਆ ਨਹੀਂ ਹੋਣੀ। ਮੈਂ ਬਾਕੀ ਸਾਹਿਬ ਤੁਹਾਡੇ ਕੋਲ ਵੀ ਇਹੀ ਗੱਲ ਹੈ, ਗੱਲ ਸਿਰਫ ਇਹ ਹੈ ਬਈ 10 ਮਹੀਨੇ ਹੋ ਗਏ ਸਾਨੂੰ, ਬੰਦ ਕੋਈ ਹੱਲ ਨਹੀਂ ਹੈ। ਅਗਰ ਕਿਸੇ ਚੀਜ਼ ਦਾ ਹੱਲ ਕੱਢਣਾ ਹੈ ਵੀ ਅਸੀਂ ਸੋਚੀਏ ਵੀ ਹਰ ਮਹੀਨੇ, ਹੁਣ 10 ਮਹੀਨੇ ਹੋ ਗਏ ਅਸੀਂ ਪੂਰਾ ਭਾਰਤ ਬੰਦ ਕਰਤਾ, ਹੁਣ 11 ਮਹੀਨੇ ਹੋ ਗਏ ਬੰਦ ਕਰਤਾ, ਫਿਰ ਸਾਲ ਹੋ ਗਿਆ, ਫਿਰ ਅਸੀਂ ਪੂਰਾ ਭਾਰਤ, ਠੀਕ ਹੈ, ਇਹ ਇੱਕ ਉਹਨਾਂ ਨੂੰ ਚੇਤਾਵਨੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਸਰਕਾਰ ਨੂੰ, ਲੇਕਿਨ ਬੰਦ ਹੱਲ ਨਹੀਂ ਹੈ। ਜਿਹੜੇ ਮੁੱਦਿਆਂ ਨੂੰ ਲੈ ਕੇ ਉੱਥੇ ਕਿਸਾਨ ਬੈਠੇ ਹੋਏ ਨੇ, ਤੁਹਾਡੀ ਨਜ਼ਰ 'ਚ ਫਿਰ ਹੱਲ ਕਿਸਾਨ ਕਿਸ ਤਰ੍ਹਾਂ ਕਰਾਉਣ ਤੇ ਸਰਕਾਰ ਕਿਸ ਤਰ੍ਹਾਂ ਕਰੇ? ਦੇਖੋ, ਸਾਡੇ ਪਾਸ ਜਦੋਂ ਬੇਇਨਸਾਫੀ ਹੁੰਦੀ ਹੈ ਜੀ, ਉਹਦੇ ਵਿੱਚ ਦੋ ਹੀ ਢੰਗ ਹੈ। ਇੱਕ ਤਾਂ ਹੈ ਕਿ ਅਸੀਂ ਬੇਇਨਸਾਫੀ ਦਾ ਜਵਾਬ, ਫਰਜ਼ ਕਰੋ ਕਿਸੇ ਨੇ ਸਾਡੇ ਥੱਪੜ ਮਾਰਿਆ ਹੈ, ਅਸੀਂ ਥੱਪੜ ਮਾਰ ਕੇ ਉਸਦਾ ਜਵਾਬ ਦੇਈਏ। ਦੂਜਾ ਇਹ ਹੈ ਕਿ ਅਸੀਂ ਸ਼ਾਂਤੀ ਨਾਲ, ਕਿਸਾਨ ਬੈਠੇ ਹੋਏ ਨੇ, ਦੂਜੀ ਗੱਲ ਅੱਗੇ ਕਰ ਦਈਏ, ਦੂਜੀ ਗੱਲ ਵੀ ਨਹੀਂ ਕਰਦੇ ਕਿ ਸਾਡੇ ਥੱਪੜ ਮਾਰਿਆ ਨੇ, ਅਸੀਂ ਲੋਕਾਂ ਨੂੰ ਦੱਸੀਏ ਜੀ। ਦੂਜੀ ਗੱਲ ਕਰਦੀ ਨਹੀਂ ਮੈਂ ਗੱਲ ਕਰ ਰਿਹਾ, ਇਹ ਉਹ ਗੱਲ ਮੁੱਕ ਰਹੀ ਹੈ, ਉਹ ਗੱਲ ਖਤਮ ਹੋ ਗਈ ਕਿ ਜੇ ਮੇਰੇ ਥੱਪੜ ਮਾਰਿਆ ਹੈ ਤਾਂ ਮੈਂ ਲੋਕਾਂ ਨੂੰ ਦੱਸਾਂ, ਲੋਕ ਮੈਨੂੰ ਸੁਣ, ਫਿਰ ਤੈਨੂੰ ਪੁੱਛਣ ਵੀ ਤੂੰ ਮਾਰਿਆ
ਕਿਉਂਕਿ ਲੋਕ ਮੂਵਮੈਂਟ ਜਿਹੜੀ ਹੈ ਉਹ ਇਸੇ ਤਰ੍ਹਾਂ ਸ਼ੁਰੂ ਹੁੰਦੀ ਹੈ। ਬਿਲਕੁਲ ਅਸੀਂ ਇਸ ਮੂਵਮੈਂਟ ਨੂੰ, ਸਾਡੇ ਪਾਸ ਦੇਖੋ ਨਾ, ਮਾਓ ਦੀ ਕ੍ਰਾਂਤੀ ਵੀ ਹੈ, ਜੀ ਰਸ਼ੀਦ ਦਾ ਸਿਸਟਮ ਵੀ ਹੈ ਸਾਡੇ ਕੋਲ, ਬਿਲਕੁਲ ਉਹ ਕ੍ਰਾਂਤੀ ਵੀ ਅਸੀਂ ਅਜ਼ਮਾ ਕੇ ਦੇਖ ਲਈ ਹੈ। ਸਾਡੇ ਪਾਸ ਦਰਵਾਜ਼ਾ ਇੰਨਾ ਸਧਾਰਨ ਹੈ, ਇਹ ਅਨਪੜ੍ਹ ਤੋਂ ਅਨਪੜ੍ਹ ਆਦਮੀ ਜਾਣਦਾ ਹੈ ਕਿ ਤੁਸੀਂ ਹਰ ਸ਼ਖਸ ਦੀ ਇਨਕਮ ਨਿਰਧਾਰਿਤ ਕਰ ਦਿਓ ਜੀ ਕਿ ਕਿਸੇ ਕੋਲ 20,000 ਤੋਂ ਘੱਟ ਪੈਸਾ ਨਹੀਂ ਹੋਏਗਾ, ਕਿਸੇ ਕੋਲ 20 ਲੱਖ ਤੋਂ ਜ਼ਿਆਦਾ ਪੈਸਾ ਨਹੀਂ ਹੋਏਗਾ। ਜੀ ਇਕੁਅਲ ਡਿਸਟ੍ਰੀਬਿਊਸ਼ਨ ਹੋਗੀ, ਕੋਈ ਭੁੱਖਾ ਨਹੀਂ ਹੈ, ਕੋਈ ਅਮੀਰ ਨਹੀਂ ਹੈ, ਕੋਈ ਗਰੀਬ ਨਹੀਂ ਹੈ, ਲੋਕ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਗੁਜ਼ਰ ਇਹਨਾਂ ਚੀਜ਼ਾਂ ਨੂੰ ਤਾਂ ਬਹੁਤ ਟਾਈਮ ਲੱਗੇਗਾ, ਜਿਹਨੇ ਤੁਸੀਂ ਕਿ ਵੀ ਆਉਣ ਵਾਲਾ 100 ਸਾਲ ਵੀ ਇਹਨਾਂ ਤੋਂ ਲੱਗ ਨਹੀਂ, ਸਕਦੇ ਚਲੋ, ਆ। ਹਾਂ। ਲੇਕਿਨ ਮੈਂ ਗੱਲ ਕਰਦਾ ਵੀ ਹਾਂ। ਜਿਹੜੇ ਹੁਣ ਕਿਸਾਨਾਂ ਦਾ ਹੈ ਹਾਂ। ਵੀ ਕਿਸਾਨ ਕੀ ਕਰਨਾ ਹੈ? ਕਿਸਾਨ ਨਹੀਂ, ਕਿਸਾਨਾਂ ਦੀ ਜਿਹੜੀ ਗੱਲ ਹੈ, ਮੈਂ ਤਾਂ ਕਿਸਾਨ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਪ੍ਰੋਡਿਊਸ ਨੂੰ ਐਨਾਲਿਸਿਸ ਕਰੋ। ਜੀ। ਸਭ ਤੋਂ ਪਹਿਲਾਂ ਮੈਂ ਕਹਿੰਦਾ ਕਿਸਾਨਾਂ ਤੇ ਆਓ ਤੁਸੀਂ। ਜੀ। ਪਿੰਡ ਦੇ ਵਿੱਚ ਇੱਕ ਪਿੰਡ, ਮੈਂ ਗਾਂਧੀ ਮੈਨੂੰ ਯਾਦ ਆ ਰਿਹਾ ਕਿ ਚਲੋ ਛੱਡੋ ਗੱਲ ਅਲੱਗਾ ਹੈ, ਵੀ ਪ੍ਰੋਡਿਊਸ ਦੇਖੋ ਕਿ ਇੱਕ ਕਣਕ ਤੇ 1 ਏਕੜ ਤੇ ਇੰਨੀ ਪ੍ਰੋਡਿਊਸ ਦੇ ਖਰਚ ਆਉਂਦਾ। ਜੀ ਫਰਜ਼ ਕਰੋ ਇੱਕ ਪ੍ਰੋਡਿਊਸ ਤੇ ਖਰਚ 10,000 ਆਉਂਦਾ, ਜੀ ਠੀਕ ਹੈ ਨਾ। ਕਿਸਾਨ ਨੂੰ ਦਾ ਸਾਰਾ ਖਰਚਾ ਕੱਢ ਕੇ ਉਹਦੀ 15,000 ਜਿਹੜਾ ਉਹਦੀ ਫਿਕਸ ਕਰ ਦੋ। ਬਿਲਕੁਲ ਜਿਹੜਾ ਬੰਦਾ ਗਾਹ ਖਰੀਦ ਕੇ ਉਹਨੂੰ ਵੇਚਦਾ ਹੈ ਉਹਨੂੰ 18,000 ਦੇ ਦਿਓ। ਜੀ ਇਨ ਬਿਟਵੀਨ ਤਾਂ ਸਾਨੂੰ ਉਹ ਪੈਸਾ ਦਿਓ ਜਿਹੜਾ ਕੰਜ਼ਿਊਮਰ ਦੇ, ਔਰ ਮੈਂ ਜਿਹੜੀ ਗੱਲ ਕਹੀ ਹੈ ਬਿਲਕੁਲ। ਉਹਦੇ ਵਿਚਕਾਰ। ਇਹ ਤਾਂ ਆਸਾਨ ਹੈ, ਜੀ। ਜਿਹੜਾ MSP ਕਰੀ ਜਾ ਰਹੇ ਹੈ ਇਹ ਫਿਰ ਕੀਮਤਾਂ ਦੇ ਨਾਲ ਫਿਰ ਰੱਦ ਕਰੀ ਜਾਂਦੇ ਹੈ, ਉਹ ਵੀ ਤਾਂ ਇਹੀ ਹੈ। ਬਿਲਕੁਲ ਹਰ ਚੀਜ਼ ਦੇ ਵਿੱਚ ਇਹ ਡਿਸਪੈਰਿਟੀ ਜਿਹੜੀ ਹੈ, ਕਿਸਾਨੀ ਡਿਸਪੈਰਿਟੀ ਦੀ ਉਪਜ ਹੈ। ਬਿਲਕੁਲ ਸਹੀ ਗੱਲ ਹੈ। ਇਹਨੂੰ ਕਿਤੇ ਨਾ ਕਿਤੇ ਆਪਾਂ ਖਤਮ ਕਰੀਏ ਬਿਲਕੁਲ, ਚੀਜ਼ ਨੂੰ, ਤਾਂ ਹੀ disparity ਕਿਤੇ ਨਾ- ਖਤਮ ਹੋਵੇ। ਬਿਲਕੁਲ ਸਹੀ ਗੱਲ। ਸੋ ਦੋਸਤੋ, ਗੱਲ ਤਾਂ ਉੱਥੇ ਹੀ ਮੁੱਕਦੀ ਹੈ ਵੀ 2024 ਵੀ ਜ਼ਿਆਦਾ ਦੂਰ ਨਹੀਂ ਹੈ। ਕਿਸਾਨ ਜਿਹੜੇ ਇਹ ਉਮੀਦ ਲੈ ਕੇ ਬੈਠੇ ਨੇ ਵੀ ਕਿਸਾਨ ਜਿਹੜੇ ਆ ਉਹ ਸਾਲ ਦੇ ਵਿੱਚ 10 ਮਹੀਨੇ ਹੋ ਗਏ ਆ, ਸਾਲ ਬਾਅਦ ਹਟ ਜਾਣਗੇ ਜਾਂ 2 ਸਾਲ। ਅਗਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ, ਇਹਨਾਂ ਕਾਨੂੰਨਾਂ ਨੂੰ ਰੱਦ ਨਾ ਕੀਤਾ, ਤਾਂ ਫਿਰ 2024 ਤੱਕ ਆ, ਜਿਸ ਤਰ੍ਹਾਂ ਸਾਡੇ ਮਾਹਿਰਾਂ ਨੇ ਕਿਹਾ ਵੀ ਇਹੋ ਜਿਹੀਆਂ ਕ੍ਰਾਂਤੀਆਂ ਜਿਹੜੀਆਂ ਨੇ ਉਹ ਕਈ ਸਾਲ ਚੱਲਦੀਆਂ ਨੇ, ਤੇ ਕਿਸਾਨ ਹਮੇਸ਼ਾ ਹੀ, ਪੰਜਾਬ ਦੇ ਕਿਸਾਨ ਕ੍ਰਾਂਤੀ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਰਹੇ ਤੇ ਅੱਜ ਵੀ ਉਸੇ ਸ਼੍ਰੰਖਲਾ ਦੇ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੇ ਨੇ, ਫਿਰ ਚਾਹੇ ਭਾਰਤ ਬੰਦ ਹੀ ਕਿਉਂ ਨਾ ਹੋਵੇ। ਬਾਗੀ ਸਾਹਿਬ, ਪੱਠਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਅੱਗੇ ਲੈਣ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰਨੀ ਹੈ ਕਿ ਜਿਹੜੇ ਸਾਥੀਆਂ ਨੇ ਹਜੇ ਤੱਕ SDD ਪ੍ਰਾਈਮ ਨੂੰ ਸਬਸਕ੍ਰਾਈਬ ਨਹੀਂ ਕਰਤਾ, ਸਬਸਕ੍ਰਾਈਬ ਕਰਨਾ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਕਿਸੇ ਤਰ੍ਹਾਂ ਪਹੁੰਚਦੇ ਰਹਿ ਸਕਣ। ਫਿਲਹਾਲ ਆਪਣੇ ਦੋਸਤ ਤੇ ਹੋਸਟ ਸ਼ਮੀ ਡਾਵਰਾ ਦੇ ਨਾਲ ਬਾਗੀ ਸਾਹਿਬ ਤੇ ਪਟਲ ਸਾਹਿਬ ਨੂੰ ਇਜਾਜ਼ਤ। ਬਹੁਤ ਬਹੁਤ ਧੰਨਵਾਦ।